ਬੀਤੇ ਦਿਨੀ ਵਿਸ਼ਵ ਪ੍ਰਸਿੱਧ ਖਾਲਸਾ ਕਾਲਜ ਅੰਮ੍ਰਿਤਸਰ ਦੇ ਪੰਜਾਬੀ ਅਧਿਐਨ ਵਿਭਾਗ ਵੱਲੋਂ ਅੰਤਰਰਾਸ਼ਟਰੀ ਮਾਤ ਭਾਸ਼ਾ ਦਿਵਸ ਨੂੰ ਸਮਰਪਿਤ ਅੰਤਰਰਾਸ਼ਟਰੀ ਸਾਹਿਤ ਉਤਸਵ ਅਤੇ ਸਾਲਾਨਾ ਪੁਸਤਕ ਮੇਲੇ ਦਾ ਆਯੋਜਨ ਕੀਤਾ ਗਿਆ। ਇਸ ਪੁਸਤਕ ਮੇਲੇ ਬਾਰੇ ਜਾਣਕਾਰੀ ਦਿੰਦੇ ਕਾਲਜ ਦੇ ਪ੍ਰਿੰਸੀਪਲ ਡਾਕਟਰ ਮਾਹਿਲ ਸਿੰਘ ਨੇ ਕਿਹਾ, ਗਿਆਨ ਦਾ ਪੁਸਤਕ ਮੇਲਾ, ਪੁਸਤਕਾਂ ਦਾ ਮੇਲਾ, ਵਿਚਾਰ ਚਰਚਾ ਦਾ ਮੇਲਾ, ਸੰਵਾਦ ਦਾ ਮੇਲਾ, ਗਿਆਨ ਗੋਸ਼ਟੀ ਦਾ ਮੇਲਾ, ਇਹ ਸਾਰਾ ਇਸ ਤਰ੍ਹਾਂ ਇਹਨੂੰ ਅਸੀਂ ਲਿਖਿਆ ਹੈ। ਇਹਦਾ ਜਿਹੜੀ ਰੂਹੇ ਰਵਾਂ ਇਹਦੇ ਮੇਨ ਕਰਤਾ ਧਰਤਾ ਉਹ ਸਾਡਾ ਪੰਜਾਬੀ ਡਿਪਾਰਟਮੈਂਟ ਆ, ਪੋਸਟ ਗ੍ਰੈਜੂਏਟ ਪੰਜਾਬੀ ਅਧਿਐਨ ਸਕੂਲ। ਇਹ ਡਾਕਟਰ ਆਤਮ ਜੀ ਸਾਡੇ ਮੁਖੀ ਨੇ, ਉਹਨਾਂ ਦੀ ਸਾਰੀ ਟੀਮ, ਸਾਰਾ ਡਿਪਾਰਟਮੈਂਟ ਇਹਨੂੰ ਮਤਲਬ ਉਹਨਾਂ ਵਿਉਂਤਿਆ ਇਹ, ਕਿਉਂਕਿ ਸਾਡਾ ਪੰਜਾਬੀ ਡਿਪਾਰਟਮੈਂਟ ਪੰਜਾਬੀ MA 1949 'ਚ ਸ਼ੁਰੂ ਹੋਈ ਸੀ। ਸਾਡੀ ਸਭ ਤੋਂ ਪੁਰਾਣੀ MA ਆ ਪੰਜਾਬ ਦੇ ਵਿੱਚ। ਔਰ ਜਿਹੜੇ ਸਾਡੇ ਸਾਹਿਤ ਦੇ ਆਧੁਨਿਕ ਸਾਹਿਤ ਦੇ ਬਾਬਾ ਬੋੜ ਜਾਣੇ ਜਾਂਦੇ ਨੇ, ਸੰਤ ਸਿੰਘ ਸੇਖੋਂ, ਉਹ ਇਹਦੇ ਪਹਿਲੇ ਮੁਖੀ ਸੀਗੇ ਵਿਭਾਗ ਦੇ। ਉਹਨਾਂ ਦੀ ਦੇਖ ਰੇਖ 'ਚ ਉਹ ਵਿਭਾਗ ਸ਼ੁਰੂ ਹੋਇਆ ਸੀ ਅਤੇ ਉਹ ਅੱਜ ਤੱਕ ਜਿਵੇਂ ਦੀਆਂ ਸੇਖੋਂ ਸਾਹਿਬ ਨੇ ਬੁਲੰਦੀਆਂ ਅਤੇ ਇਸ ਵਿਭਾਗ ਨੂੰ ਪਹੁੰਚਾਇਆ ਸੀ, ਅੱਜ ਵੀ ਇਹ ਵਿਭਾਗ ਉਵੇਂ ਦੀਆਂ ਬੁਲੰਦੀਆਂ ਛੂਹ ਰਿਹਾ ਹੈ। ਇਹਦੇ ਵਿੱਚ ਰਿਸਰਚ ਪ੍ਰੋਗਰਾਮ ਮਤਲਬ MPhil ਵੀ ਚੱਲਦੀ ਆ। ਸਾਡਾ ਸੰਵਾਦ ਮੈਗਜ਼ੀਨ ਬਹੁਤ ਪੰਜਾਬ ਦਾ ਨਾਮਵਰ ਮੈਗਜ਼ੀਨ ਆ, ਕਿਉਂਕਿ UGC ਦੀ ਕੇਅਰ ਲਿਸਟ ਦੇ ਵਿੱਚ ਸਭ ਤੋਂ ਪਹਿਲਾਂ ਸਾਡਾ ਮੈਗਜ਼ੀਨ ਹੀ ਆਇਆ ਸੀ। ਇਸ ਤਰ੍ਹਾਂ ਅਸੀਂ ਇਹਦੇ 'ਚ ਅਗਲੇ ਪਾਸੇ ਮੁੱਖ ਧਿਰ 'ਤੇ ਭਾਵੇਂ ਪੰਜਾਬੀ ਵਿਭਾਗ ਆ ਸਾਡਾ, ਪਰ ਸਾਰੇ ਹੀ ਵਿਭਾਗ, ਜਿਵੇਂ ਮੈਂ ਪਹਿਲਾਂ ਵੀ ਦੱਸਿਆ, ਫੂਡ ਸਾਇੰਸਿਸ, ਉਹਨਾਂ ਵੀ ਪ੍ਰਦਰਸ਼ਨੀ ਲਾਈ ਹੋਈ ਆ ਆਪਦੀਆਂ ਫੂਡ ਆਈਟਮਸ ਦੀ। ਐਗਰੀਕਲਚਰ ਸਾਇੰਸਿਸ ਵਾਲੇ ਸਾਰਾ ਵਿਭਾਗ, ਸਾਰੇ ਹੀ ਉਹਨਾਂ ਦੀ ਆਪੋ ਆਪਣੇ ਫੈਕਲਟੀ ਵਾਈਜ਼ ਉਹਨਾਂ ਦੀ ਸ਼ਮੂਲੀਅਤ ਆ। ਵੀ ਇਹਦੇ 'ਚ ਬਹੁਤ ਸਾਰੇ ਨੌਜਵਾਨ ਜਿਹੜੇ ਸਾਡੇ ਲੇਖਕ ਨੇ, ਵਿਦਿਆਰਥੀ ਲੇਖਕ ਨੇ, ਉਹਨਾਂ ਨੂੰ ਵੀ ਸਨਮਾਨਿਤ ਕੀਤਾ ਜਾ ਰਿਹਾ। ਔਰ ਇਹ ਕਿਤਾਬ ਤੋਂ ਬਿਨਾਂ ਕਿਸੇ ਵਿੱਦਿਅਕ ਅਦਾਰੇ ਦਾ ਤਸੱਵਰ ਕਰਨਾ ਹੀ ਇੱਕ ਬਿਲਕੁਲ ਝੂਠੀ ਗੱਲ ਹੋਏਗੀ, ਇੱਕ ਨਿਰੋਲ ਕਲਪਨਾ ਹੋਏਗੀ। ਕਿਤਾਬ ਦਾ ਮਨੁੱਖ ਨਾਲ ਬਹੁਤ ਗਹਿਰਾ ਰਿਸ਼ਤਾ ਹੈ। ਕਿਤਾਬ ਹੀ ਬੰਦੇ ਨੂੰ ਅਕਲ ਦਿੰਦੀ ਆ, ਸਮਝ ਦਿੰਦੀ ਆ, ਤਾਰਕਿਕ ਵਿਗਿਆਨਕ ਦ੍ਰਿਸ਼ਟੀ ਦਿੰਦੀ ਆ, ਤੁਹਾਨੂੰ ਬੈਲੈਂਸ ਕਰਦੀ ਆ, ਤੁਹਾਨੂੰ ਸਮਾਜ ਤੋਂ ਜਾਣੂ ਕਰਾਉਂਦੀ ਆ। ਅਤੇ ਕਿਤਾਬ ਹੀ ਤੁਹਾਡਾ ਸੱਚਾ ਅਤੇ ਸੁੱਚਾ ਸਾਥੀ ਆ, ਔਰ ਤੁਹਾਡਾ ਵਿਜ਼ਨ ਨੂੰ ਇੱਕ ਜਿੰਨਾ ਨਿਖਾਰਦੀ ਆ ਵੀ ਤੁਸੀਂ ਘਰ ਬੈਠੇ 2-3 ਘੰਟੇ 'ਚ ਕਿਸੇ ਬਹੁਤ ਵੱਡੇ ਰਾਈਟਰ ਦੀ ਰਚਨਾ ਪੜ੍ਹ ਕੇ ਉਹਦਾ ਐਕਸਪੀਰੀਅੰਸ ਤੋਂ ਜਾਣੂ ਹੋ ਸਕਦੇ ਹੋ। ਜਿਹੜੀਆਂ ਗੱਲਾਂ ਸ਼ਾਇਦ ਤੁਹਾਨੂੰ ਆਪਣੇ ਐਕਸਪੀਰੀਅੰਸ 'ਚ 10 ਸਾਲ ਸਿੱਖਣ 'ਤੇ ਲੱਗ ਜਾਣ, ਪਰ ਉਹ ਕਈ ਕਿਤਾਬਾਂ ਐਸੀਆਂ ਨੇ ਵੀ ਉਹ ਕੁਝ ਘੰਟਿਆਂ 'ਚ, ਕੁਝ ਪਲਾਂ 'ਚ ਹੀ ਉਹਨਾਂ ਤੋਂ ਬਹੁਤ ਕੁਝ ਵਿਦਿਆਰਥੀ ਹਾਸਲ ਕਰਦਾ। ਪੁਸਤਕ ਮੇਲੇ ਦੇ ਉਦਘਾਟਨੀ ਸਮਾਰੋਹ ਵਿੱਚ ਬਤੌਰ ਮੁੱਖ ਮਹਿਮਾਨ ਡਾਕਟਰ ਸੁਰਜੀਤ ਪਾਤਰ ਅਤੇ ਸ਼੍ਰੀ ਯੁਵਰਾਜ ਮਲਿਕ ਡਾਇਰੈਕਟਰ NBT ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ।
ਆਏ ਮਹਿਮਾਨਾਂ ਦਾ ਸਵਾਗਤ ਕਾਲਜ ਦੇ ਪ੍ਰਿੰਸੀਪਲ ਡਾਕਟਰ ਮਹਿਲ ਸਿੰਘ ਦੁਆਰਾ ਕੀਤਾ ਗਿਆ। ਇਸ ਮੌਕੇ ਮੈਗਜ਼ੀਨ ਸੰਵਾਦ ਦਾ 13ਵਾਂ ਅਤੇ 14ਵਾਂ ਅੰਕ ਰਿਲੀਜ਼ ਕੀਤਾ ਗਿਆ। ਇਸ ਮੌਕੇ ਕਵੀ ਦਰਬਾਰ ਵਿੱਚ ਡਾਕਟਰ ਲਖਵਿੰਦਰ ਸਿੰਘ ਜੌਹਲ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਆਏ ਕਵੀਆਂ ਨੇ ਆਪਣੀਆਂ ਕਵਿਤਾਵਾਂ ਨਾਲ ਖੂਬ ਸਮਾਂ ਬੰਨ੍ਹਿਆ। ਕਿਤਾਬ ਦੀ ਮਹੱਤਤਾ ਕਿਤਾਬ ਪੜ੍ਹਨ ਵਾਲੇ ਦੀ ਲਈ ਬੜੀ ਐਸੀ ਦੌਲਤ ਆ ਜੋ ਉਹਨੂੰ ਲੇਖਕ ਨੇ ਕੁਝ ਘੰਟਿਆਂ ਵਿੱਚ ਅਰਪਿਤ ਕਰ ਜਾਣੀ। ਸੋ ਕਿਤਾਬਾਂ ਦੀ ਜੋ ਮਹਿਮਾ ਜਾਂ ਵਾਕ ਦੀ ਮਹਿਮਾ ਜਾਂ ਸ਼ਬਦ ਦੀ ਮਹਿਮਾ ਉਹ ਵਾਕਿਆ ਹੀ ਅਪਰੰਪਾਰ ਹੈ। ਔਰ ਇਹੋ ਜਿਹਾ ਅਨੁਭਵ ਹੁੰਦੇ ਕਈ ਵਾਰੀ ਜਦ ਤੁਸੀਂ ਕੋਈ ਇਲਾਹੀ ਕਲਾਮ ਪੜ੍ਹਦੇ ਆ ਤਾਂ ਮੇਰੇ ਦੋ ਸਤਰਾਂ ਸੀ ਕਿ ਸੁਰਤੀ ਜੁੜੇ ਜੇ ਮੇਰੀ ਬਿਰਤੀ ਹੋਏ ਇਕਾਗਰ, ਇੱਕ ਵਾਕ ਲੈ ਕੇ ਤੇਰਾ ਕਤਰੇ ਤੋਂ ਹੋ ਜਾ ਸਾਗਰ। ਸੱਸਾ ਸਲੇਟ ਸੱਸਾ ਸੰਦੂਕ ਹੀ ਨਹੀਂ ਹੁੰਦਾ, ਸੱਸਾ ਸਿਰ ਸੱਸਾ ਸਿੱਖ ਵੀ ਹੁੰਦਾ। ਸੱਸਾ ਸਲੇਟ ਸੱਸਾ ਸੰਦੂਕ ਹੀ ਨਹੀਂ ਹੁੰਦਾ, ਸੱਸਾ ਸਿਰ ਸੱਸਾ ਸਿੱਖ ਵੀ ਹੁੰਦਾ। ਸਿਰ ਜਾਂ ਸਿੱਖ ਨੂੰ ਲੱਗਾ ਏ ਸੱਸਾ, ਸਬਰ ਸੰਤੋਖ ਤੇ ਸਿਦਕ ਦਾ ਮੁਜੱਸਮਾ ਹੁੰਦਾ। ਸਿਰ ਜਾਂ ਸਿੱਖ ਨੂੰ ਲੱਗਾ ਏ ਸੱਸਾ, ਸਬਰ ਸੰਤੋਖ ਤੇ ਸਿਦਕ ਦਾ ਮੁਜੱਸਮਾ ਹੁੰਦਾ। ਸਹਿਜ ਸੰਜਮ ਤੇ ਸਿਰੜ ਦਾ ਤਰਜਮਾ ਵੀ। ਕਿ ਪਹਿਲਾਂ ਤਾਂ ਟਰਾਲੀ ਤੁਰਦੀ ਸੀ, ਕਦੇ ਕਦੇ ਭਾਰ ਚੁੱਕ ਕੇ ਤੇ ਫਿਰ ਪਈ ਰਹਿੰਦੀ ਸੀ ਕਿਸੇ ਖੇਤ ਗਲੀ ਜਾਂ ਵਿਹੜੇ ਦੀ ਨੁਕਰੇ, ਤੇ ਟਰੈਕਟਰ ਤੁਰਿਆ ਫਿਰਦਾ ਸੀ ਕੰਮਾਂ ਕਾਜਾਂ ਨੂੰ, ਸ਼ਹਿਰ ਕਦੇ ਤੇ ਕਦੇ ਐਵੇਂ ਗੇੜੀ ਨੂੰ। कुछ चीज़ों में जब आप अपने आप को रिलेट करने की कोशिश करते हैं तो उसमें आपको नेचुरल कोइंसिडेंस नज़र आता है। जैसे मैं आर्मी से हूँ, मैं अभी सुन रहा था, दृढ़ निश्चय करूँ अपनी जीत करूँ। ये आर्मी में हमारी सिख रेजिमेंट का लोगो है, इसको लेके लोग लड़ाई में जाते हैं। ਪੰਜਾਬੀ ਭਾਸ਼ਾ ਦਾ ਗੌਰਵ ਸਿਵਲ ਸੇਵਾਵਾਂ ਦੇ ਪ੍ਰਸੰਗ ਵਿੱਚ ਵਿਚਾਰ ਚਰਚਾ ਅਤੇ ਸਨਮਾਨ ਵਿੱਚ ਮੁੱਖ ਮਹਿਮਾਨ ਸਰਦਾਰ ਜਸਪਾਲ ਸਿੰਘ IAS ਮੈਂਬਰ ਸਿੱਖਿਆ ਟ੍ਰਿਬਿਊਨਲ ਪੰਜਾਬ, ਜਿਨ੍ਹਾਂ ਨਾਲ ਸਰਦਾਰ ਕੁਲਵੰਤ ਸਿੰਘ IAS ਡਿਪਟੀ ਕਮਿਸ਼ਨਰ ਤਰਨਤਾਰਨ, ਸਰਦਾਰ ਬਲਵਿੰਦਰ ਸਿੰਘ ਧਾਲੀਵਾਲ IRS ਜੁਆਇੰਟ ਡਾਇਰੈਕਟਰ GST ਅੰਮ੍ਰਿਤਸਰ, ਸਰਦਾਰ ਗੁਰਜੀਤ ਸਿੰਘ PCS ਐਡੀਸ਼ਨਲ ਡਿਪਟੀ ਕਮਿਸ਼ਨਰ ਫਰੀਦਕੋਟ ਅਤੇ ਰੋਹਿਤ ਗੁਪਤਾ SDM ਖਡੂਰ ਸਾਹਿਬ ਨੇ ਵਿਸ਼ੇਸ਼ ਰੂਪ ਵਿੱਚ ਸ਼ਿਰਕਤ ਕੀਤੀ। ਇਹਨਾਂ ਮਹਿਮਾਨਾਂ ਨੇ ਮੰਚ ਤੋਂ ਸੰਬੋਧਿਤ ਕਰਦੇ ਕਿਹਾ ਕਿ ਸਾਡਾ ਆਪਣਾ ਨਜ਼ਰੀਆ ਹੈ ਆਪਣੇ ਭਾਸ਼ਾ ਪ੍ਰੇਮੀਆਂ ਦਾ ਵੀ ਸਭ ਤੋਂ ਸੋਹਣੇ ਤਰ੍ਹਾਂ ਨਾਲ, ਸਭ ਤੋਂ ਚੰਗੇ ਤਰ੍ਹਾਂ ਨਾਲ ਤੇ ਸਭ ਤੋਂ ਗਹਿਰਾਈ ਵਿੱਚ ਗੱਲ ਆਪਣੀ ਭਾਸ਼ਾ 'ਚ ਹੀ ਕੀਤੀ ਜਾ ਸਕਦੀ ਹੈ। ਤੇ ਅਸੀਂ ਆਪਣੇ ਵਿਦਿਆਰਥੀਆਂ ਦੇ ਰੂਬਰੂ ਉਹੀ ਅਹਿਮ ਸ਼ਖਸੀਅਤਾਂ ਅੱਜ ਪੇਸ਼ ਕੀਤੀਆਂ ਨੇ ਜਿਨ੍ਹਾਂ ਦਾ ਆਪਣੀ ਭਾਸ਼ਾ ਨਾਲ, ਆਪਣੇ ਲਿਟਰੇਚਰ ਨਾਲ ਬਹੁਤ ਲਗਾਵ ਆ। ਜੇ ਅਸੀਂ ਆਪਣਾ ਸਾਹਿਤ ਚੱਕੀਏ ਤਾਂ ਕਿਸੇ ਵੀ ਸੱਭਿਆਚਾਰ ਦਾ, ਕਿਸੇ ਵੀ ਭੂਗੋਲਿਕ ਖੇਤਰ ਦਾ,
ਕਿਸੇ ਵੀ ਵਿਰਸੇ ਦਾ ਜਿਹੜਾ ਸਾਹਿਤ ਜਿਹੜਾ ਅੱਜ ਵੀ ਜਿਉਂਦਾ, ਜਿਹੜਾ 2000 ਸਾਲ ਬਾਅਦ ਵੀ ਜਿਉਂਦਾ, 5000 ਸਾਲ ਬਾਅਦ ਵੀ ਜਿਉਂਦਾ, ਉਹ ਉਸ ਵੇਲੇ ਦੀ ਮਾਂ ਬੋਲੀ 'ਚ ਲਿਖਿਆ ਹੋਇਆ। ਅੱਜ ਦੀ ਡੇਟ 'ਚ ਜੇ ਅੱਜ ਦੇ ਯੁੱਗ 'ਚ ਜੇ ਅਸੀਂ ਮਾਂ ਬੋਲੀ ਦੀ ਗੱਲ ਜਦੋਂ ਅਸੀਂ ਕਰ ਰਹੇ ਹਾਂ ਤਾਂ ਸਾਡੀ ਇਹ ਨਹੀਂ ਕਿ ਕੇਵਲ ਅਸੀਂ ਮਾਂ ਬੋਲੀ ਨੂੰ ਛੱਡ ਰਹੇ ਹਾਂ, ਲੇਕਿਨ ਇਹ ਹੈ ਕਿ ਅਸੀਂ ਉਹ ਮਾਂ ਬੋਲੀ ਨੂੰ ਜਦੋਂ ਛੱਡ ਰਹੇ ਹਾਂ ਤਾਂ ਅਸੀਂ ਕੇਵਲ ਇੱਕ ਭਾਸ਼ਾ ਉਸੇ ਵਾਲੀ ਸਾਰੇ ਅਗਰਸਰ ਹੋ ਰਹੇ ਹਾਂ। ਕਿਹੜੀ ਭਾਸ਼ਾ? ਉਹ ਅੰਗਰੇਜ਼ੀ ਹੈ, ਉਹਦੇ ਵੱਲ ਹੀ ਅਸੀਂ ਸਾਰੇ ਜਾ ਰਹੇ ਹਾਂ। ਅਸੀਂ ਬੇਸ਼ੱਕ ਮੈਂ ਪਿੰਡਾਂ ਵਾਲੇ ਸਕੂਲਾਂ 'ਚ ਪੜ੍ਹਿਆ, ਦੇਸੀ ਸਕੂਲਾਂ 'ਚ ਪੜ੍ਹਿਆ, ਪਰ ਮੈਂ ਕਾਨਵੈਂਟ ਐਜੂਕੇਟਡ ਬੱਚਿਆਂ ਨੂੰ ਟੱਕਰ ਦਿੱਤੀ ਆ। PPSC ਦਾ ਐਗਜ਼ਾਮੀਨੇਸ਼ਨ ਲੜਨ ਵਾਸਤੇ PCS ਦਾ ਮਤਲਬ ਕਿ ਐਗਜ਼ਾਮ ਦਿੱਤਾ। ਮੈਂ 5 ਵਾਰੀ PCS ਕਲੀਅਰ ਕੀਤੀ ਹੈ। ਮੈਨੂੰ ਕਈਆਂ ਨੇ ਆਖਿਆ ਕਈ ਵਾਰੀ ਤੂੰ ਲੈਣਾ ਪੰਜਾਬੀ ਦਾ ਨਾਂ ਛੱਡ ਦੇ। ਗੋਦੀ ਜਿਹਦੀ 'ਚ ਪਲ ਕੇ ਜਵਾਨ ਹੋਇਆ, ਉਹ ਮਾਂ ਛੱਡ ਦੇ, ਉਹ ਗਰਾਂ ਛੱਡ ਦੇ। ਜੇ ਪੰਜਾਬੀ ਹੀ ਕੂਕਣਾ ਹੀ, ਜਿੱਥੇ ਖਲਾ ਖਲੋਤਾ ਹੈ ਉਹ ਥਾਂ ਛੱਡ ਦੇ। ਮੈਨੂੰ ਇੰਜ ਲੱਗਦਾ ਲੋਕੀ ਆਖਦੇ ਨੇ ਪੁੱਤਰਾ ਤੂੰ ਆਪਣੀ ਮਾਂ ਛੱਡ ਦੇ। ਮੈਨੂੰ ਇੰਜ ਲੱਗਦਾ ਲੋਕੀ ਆਖਦੇ ਨੇ ਪੁੱਤਰਾ ਤੂੰ ਆਪਣੀ ਮਾਂ ਛੱਡ ਦੇ। ਬੱਚਾ ਕਿਸੇ ਵੀ ਦੂਸਰੇ ਜਾਨਵਰ ਦਾ ਪੂਰਾ ਤੇ ਪੱਕ ਕੇ ਪੈਦਾ ਹੁੰਦਾ ਹੈ। ਇਨਸਾਨ ਦਾ ਬੱਚਾ ਅਧੂਰਾ ਪੈਦਾ ਹੁੰਦਾ ਹੈ। ਅਧੂਰੇਪਣ ਦੀ ਇੱਕ ਖੂਬਸੂਰਤੀ ਹੈ ਕਿ ਉਹਦੇ 'ਚ ਪੂਰਾ ਹੋਣ ਦੀ ਗੁੰਜਾਇਸ਼ ਹੁੰਦੀ ਹੈ। ਅਸੀਂ ਮਰਨ ਵੇਲੇ ਕਹਿੰਦੇ ਹਾਂ ਕਿ ਫਲਾਣਾ ਪੂਰਾ ਹੋ ਗਿਆ। ਉਦੋਂ ਤੱਕ ਉਹ ਸਿੱਖ ਸਕਦਾ। ਸਿੱਖਿਆ ਦਾ ਇਹ ਫਾਇਦਾ ਹੈ ਕਿ ਉਹਨੂੰ ਸਿਖਾਇਆ ਜਾ ਸਕਦਾ। ਅਸੀਂ ਉਹ ਪਹਿਲੇ ਪਲ ਤੋਂ ਮਾਂ ਤੋਂ ਸਿੱਖਣਾ ਸ਼ੁਰੂ ਕਰਦੇ ਹਾਂ, ਫਿਰ ਸਿੱਖਦੇ ਜਾਂਦੇ ਹਾਂ। ਫਿਰ ਸਾਡੀ ਅੱਗੇ ਜਿਹੜੀ ਵਿਧੀਵਤ ਪੜ੍ਹਾਈ ਹੁੰਦੀ ਆ ਉਹ ਸਾਨੂੰ ਸਿਖਾਈ ਜਾਂਦੀ ਹੈ। ਇਹਨਾਂ ਸਾਰਾ ਕੁਝ, ਪਹਿਲਾ ਸਿੱਖਿਆ ਦਾ ਮਹੱਤਵ ਤੇ ਦੂਸਰਾ ਮਾਂ ਤੋਂ ਲਈ ਹੋਈ ਸਿੱਖਿਆ ਦਾ ਮਹੱਤਵ। ਸਾਡੇ ਦਿਮਾਗ 'ਚ ਇੰਨੀ ਜ਼ਿਆਦਾ ਉਹ ਬੋਲੀ ਭਰ ਜਾਂਦੀ ਹੈ, ਉਹ ਭਾਸ਼ਾ ਆ ਜਾਂਦੀ ਹੈ ਜਿਹਦੇ ਨਾਲ ਕਿਤੇ ਮੈਂ WhatsApp ਤੇ ਮੈਸੇਜ ਦੇਖ ਰਿਹਾ ਸੀਗਾ ਕਿ ਸਾਡੀ ਮੈਮਰੀ ਇੰਨੇ ਕੁਝ ਪਤਾ ਨਹੀਂ ਟੈਰਾਬਾਈਟਸ ਗੀਗਾਬਾਈਟਸ ਉਹਨਾਂ ਨੇ ਕਹੀ ਸੀਗੀ, ਹੋ ਸਕਦਾ ਗਲਤ ਵੀ ਹੋਵੇ, ਕਿ ਉਹਦੇ 'ਚ ਐਡੀ ਵੱਡੀ ਫਿਲਮ ਬਣ ਸਕਦੀ ਹੈ ਕਿ 300 ਸਾਲ ਤੱਕ ਲਗਾਤਾਰ ਦੇਖੀ ਜਾ ਸਕਦੀ ਹੈ। ਸਾਡੇ ਦਿਮਾਗ ਦੀ ਸਟੋਰੇਜ ਕੈਪੈਸਿਟੀ ਇੰਨੀ ਹੈ। ਅੱਜ ਦਾ ਜਿਹੜਾ ਇਹ ਸਮਾਗਮ ਹੈਗਾ ਹੈ, ਇਹ ਲੜੀ ਹੈ ਅੰਮ੍ਰਿਤਸਰ ਸਾਹਿਤ ਉਤਸਵ ਅਤੇ ਪੁਸਤਕ ਮੇਲਾ ਦੀ। ਅੱਛਾ, ਤੀਜਾ ਦਿਨ ਹੈ ਜਾਂ ਚੌਥਾ ਦਿਨ ਹੈ। ਮੈਂ ਸਮਝਦਾ ਕਿ ਕਾਲਜ ਵੱਲੋਂ ਜਿਹੜਾ ਇਹ ਉਦਮ ਕੀਤਾ ਗਿਆ ਹੈਗਾ ਹੈ, ਇਹ ਬਹੁਤ ਹੀ ਸ਼ਲਾਘਾਯੋਗ ਹੈ। ਇਸ ਸਾਰੇ ਆਯੋਜਨ ਬਾਰੇ ਗੱਲਬਾਤ ਕਰਦੇ ਹਾਂ ਖਾਲਸਾ ਕਾਲਜ ਪ੍ਰਬੰਧਕੀ ਕਮੇਟੀ ਦੇ ਆਨਰੇਰੀ ਸੈਕਟਰੀ ਸਰਦਾਰ ਜਿੰਦਰ ਮੋਹਨ ਸਿੰਘ ਚੀਨਾ ਨੇ ਸਾਡੀ ਟੀਮ ਨਾਲ ਵਿਸ਼ੇਸ਼ ਗੱਲਬਾਤ ਕੀਤੀ। ਦੇਖੋ, ਨੈਸ਼ਨਲ ਬੁੱਕ ਟਰਸਟ ਆਫ ਇੰਡੀਆ ਉਹ ਕਦੀ ਸਾਡੇ ਕੋਲ 5-10 ਸਾਲ ਬਾਅਦ, 7-8 ਸਾਲ ਬਾਅਦ, 4 ਸਾਲ ਬਾਅਦ ਅੱਗੇ ਇੱਥੇ ਬਿੱਲਾਂ ਲਗਾਉਂਦੇ ਸੀ, ਲੇਕਿਨ ਪਿਛਲੇ 4-5 ਸਾਲ ਤੋਂ ਲਗਾਤਾਰ ਅਸੀਂ ਇਹੋ ਹੀ ਡੇਟ ਦਿੰਦੇ ਹਾਂ, ਮਾਰਚ ਦਾ ਫਸਟ ਵੀਕ ਦੇ ਵਿੱਚ ਇੱਥੇ ਲਗਾਤਾਰ ਹਰ ਸਾਲ ਪੁਸਤਕ ਮੇਲਾ ਲੱਗ ਰਿਹਾ। ਔਰ ਇਸ ਵਾਰੀ 47 ਪਬਲਿਸ਼ਰਸ ਜਿਹੜੇ ਨੇ ਉਹਨਾਂ ਨੇ ਆਪਣੇ ਸਟਾਲ ਇੱਥੇ ਲਗਾਏ ਆ। ਔਰ ਇਹਦਾ ਬਹੁਤ ਵੱਡਾ ਫਾਇਦਾ ਨਵੀਂ ਪੀੜ੍ਹੀ ਨੂੰ, ਜਨਰੇਸ਼ਨ ਨੂੰ ਮਿਲਦਾ ਹੈ।
ਪੂਰੇ ਪੰਜਾਬ ਦੇ ਲੋਕ ਇੱਥੇ ਵੇਖਣ ਆਉਂਦੇ ਨੇ, ਜਿਹੜੇ ਲੋਕ ਪੁਸਤਕਾਂ ਨੂੰ ਪਿਆਰ ਕਰਦੇ ਆ, ਕਿਉਂਕਿ ਜਿਹੜਾ ਨਵਾਂ ਜ਼ਮਾਨਾ ਇੰਟਰਨੈਟ ਦਾ ਆਇਆ ਹੈ ਔਰ ਕੰਪਿਊਟਰ ਦਾ ਯੁੱਗ ਆਇਆ, ਲੈਪਟਾਪ ਦਾ ਯੁੱਗ ਆਇਆ, ਉਹਨੇ ਬੱਚਿਆਂ ਦਾ ਜਿਹੜਾ ਰੁਝਾਨ ਹੈ ਕਿਤਾਬਾਂ ਪੜ੍ਹਨ ਦਾ ਉਹਦੇ ਨਾਲੋਂ ਬੱਚੇ ਹਟ ਗਏ ਨੇ। ਅੱਜ ਲਾਇਬ੍ਰੇਰੀ ਦੇ ਵਿੱਚ ਰੌਣਕ ਨਜ਼ਰ ਨਹੀਂ ਆਉਂਦੀ, ਕਿਉਂਕਿ ਬੱਚੇ ਸਮਝਦੇ ਕਿ ਜਿਹੜੀ ਲਾਇਬ੍ਰੇਰੀ 'ਚ ਅਸੀਂ ਬੁੱਕ ਦੇਖਣੀ ਉਹ ਅਸੀਂ ਆਪਣੇ ਕੰਪਿਊਟਰ ਵਿੱਚ ਜਾਂ ਈਵਨ ਅੱਜ ਕੱਲ੍ਹ ਜਿਹੜਾ ਤੁਹਾਡਾ ਆਪਣਾ ਹੱਥ ਦਾ ਮੋਬਾਈਲ ਹੈ ਉਹਦੇ ਵਿੱਚ ਹੀ ਡਿਕਸ਼ਨਰੀ ਨਿਕਲ ਆਉਂਦੀ ਹੈ, ਲਾਇਬ੍ਰੇਰੀ ਨਿਕਲ ਆਉਂਦੀਆਂ ਨੇ। ਲੇਕਿਨ ਮੇਰੀ ਇਹ ਐਕਸਪੀਰੀਅੰਸ ਹੈ ਕਿ ਜਿਸ ਤਰ੍ਹਾਂ ਜਿਹੜੇ ਲੋਕ ਇੰਟਰਨੈਟ 'ਤੇ ਪੜ੍ਹਦੇ ਆ ਬੁੱਕ ਨੂੰ, ਕਿਸ ਤਰ੍ਹਾਂ ਪੜ੍ਹਦੇ ਵਿੱਚੋਂ ਚੈਪਟਰ ਕਲੋਜ਼ ਕਰਕੇ ਪੜ੍ਹਦੇ ਆ, ਉਹਨਾਂ ਦਾ ਪੂਰੀ ਬੁੱਕ ਦਾ ਇੱਕ ਇੰਟਰਸਟ ਨਹੀਂ ਬਣਦਾ। ਬੁੱਕ ਜਿਹੜਾ ਇੱਕ ਵਾਰੀ ਪੜ੍ਹ ਲਵੇ ਉਹਨੂੰ ਸਾਰੀ ਉਮਰ ਉਹਦੇ ਜ਼ਿਹਨ ਦੇ ਵਿੱਚ ਉਹ ਕਿਤਾਬ ਰਹਿੰਦੀ ਹੈ। ਲੇਕਿਨ ਜਿਹੜਾ ਤੁਸੀਂ ਪੜਚੋਲ ਕਰਦੇ ਹੋ ਇੰਟਰਨੈਟ ਦੇ ਵਿੱਚ, ਉਹ ਚੈਪਟਰ ਦੇਖਿਆ ਔਰ ਉਸ ਦਾ ਗੱਲ ਖਤਮ ਹੋ ਗਿਆ, ਉਹ ਪੂਰੀ ਬੁੱਕ ਦਾ ਇੰਟਰਸਟ ਨਹੀਂ ਬਣਦਾ। ਅਸੀਂ ਚਾਹੁੰਦੇ ਹਾਂ ਕਿ ਨਵੀਂ ਪੀੜ੍ਹੀ ਨੂੰ ਫਿਰ ਦੁਬਾਰਾ ਕਿਤਾਬਾਂ ਪੜ੍ਹਨ ਦਾ ਸ਼ੌਕ ਪਵੇ ਔਰ ਨਾਵਲ ਪੜ੍ਹਨ ਦਾ ਸ਼ੌਕ ਪਵੇ। ਬਹੁਤ ਕੁਝ ਹਿਸਟਰੀ ਬਾਰੇ, ਆਉਣ ਵਾਲੇ ਜ਼ਮਾਨੇ ਬਾਰੇ ਇਹ ਤੋਂ ਨੌਲੇਜ ਮਿਲਦੀ ਹੈ ਔਰ ਬੁੱਕ ਪੜ੍ਹਨ ਦੇ ਨਾਲ ਉਹ ਨੌਲੇਜ ਜਿਹੜੀ ਹੈ ਉਹ ਹਮੇਸ਼ਾ ਵਾਸਤੇ ਬ੍ਰੇਨ ਦੇ ਵਿੱਚ ਜਿਹੜੀ ਹੈ ਉਹ ਬੰਦੇ ਦੇ ਪ੍ਰੀਜ਼ਰਵ ਹੋ ਜਾਂਦੀ ਰਹਿੰਦੀ ਹੈ। ਸੋ ਇਸ ਤਰ੍ਹਾਂ ਦੇ ਪੁਸਤਕ ਮੇਲੇ ਨਵੀਂ ਪੀੜ੍ਹੀ ਵਾਸਤੇ ਇੱਕ ਬਹੁਤ ਵੱਡਾ ਮੈਸੇਜ ਹੈ ਔਰ ਇਸ ਵਾਰੀ ਅਸੀਂ ਨੈਸ਼ਨਲ ਬੁੱਕ ਟਰਸਟ ਆਫ ਇੰਡੀਆ ਦੇ ਸਹਿਯੋਗ ਦੇ ਨਾਲ ਇਹਨੂੰ ਕਾਫੀ ਇੰਟਰਸਟਿੰਗ ਵੀ ਬਣਾਇਆ, ਕਿਉਂਕਿ ਲਗਾਤਾਰ ਕਵੀ ਦਰਬਾਰ ਵੀ ਹੋਇਆ। ਹਰ 4 ਦਿਨ ਦਾ ਪੁਸਤਕ ਮੇਲਾ 2 ਤਾਰੀਖ ਤੋਂ ਲੈ ਕੇ 5 ਤਾਰੀਖ ਤੱਕ, ਔਰ ਕਵੀ ਸੰਮੇਲਨ ਦੇ ਨਾਲ ਰਾਤ ਨੂੰ ਵੀ ਜਿਹੜਾ ਮੁਸ਼ਾਇਰਾ ਵੀ ਕੀਤਾ ਗਿਆ ਔਰ ਨਾਟਕ ਦੇ ਵੀ ਇੱਥੇ ਸਾਡੇ ਆਪਣੇ ਨਾਟਕ ਕਾਲਜ ਨੇ ਤਿਆਰ ਕਰਕੇ 2 ਨਾਟਕ ਇੱਥੇ ਦਿਖਾਏ ਨੇ। ਸੋ ਮੈਂ ਸਮਝਦਾ ਹਾਂ ਕਿ ਇਹ ਸਾਰਾ ਦਿਨ ਵੀ ਕੋਈ ਚਾਹਵੇ ਤੇ ਉਹ ਜਿਹੜਾ ਪੁਸਤਕ ਵੇਖਣ ਵਾਲਾ ਬੰਦਾ ਹੈ ਉਹਦਾ ਪੂਰਾ ਮੇਲੇ ਤੋਂ ਇੱਕ ਰੁਝਾਨ ਹੀ ਖਤਮ ਨਹੀਂ ਹੁੰਦਾ ਕਿ ਮੈਂ ਕਿਹੜੇ ਪਬਲਿਸ਼ਰ ਦੀ ਕਿਹੜੀ ਕਿਤਾਬਾਂ ਦੇਖਾਂ। ਔਰ ਬਾਕੀ ਜਿਹੜੇ ਐਂਟਰਟੇਨਮੈਂਟ ਦੇ ਸਾਧਨ ਨੇ ਉਹ ਵੀ 4 ਦਿਨ ਦਾ ਇਹ ਮੇਲਾ ਪੂਰਾ ਇੰਟਰਸਟਿੰਗ ਮਿਲਾਇਆ। ਹਾਲਾਂਕਿ ਸਾਡੇ ਮੇਨ ਕਾਲਜ ਵਿੱਚ ਐਗਜ਼ਾਮ ਚੱਲ ਰਹੇ ਨੇ, ਉਹਦੇ ਬਾਵਜੂਦ ਇਹ ਮੇਲਾ ਜਿਹੜਾ ਇਹ ਪੂਰਾ ਸਾਡੇ ਸਾਰੇ ਇੰਸਟੀਟਿਊਸ਼ਨ ਦੇ ਸੀਨੀਅਰ ਕਲਾਸਿਸ ਦੇ ਬੱਚੇ, ਸਾਡਾ ਸਟਾਫ, ਬਾਕੀ ਪੰਜਾਬ ਦੇ ਔਰ ਹੋਰ ਕਾਲਜਸ ਦੇ ਬੱਚੇ, ਬਹੁਤ ਵੱਡੀ ਰੌਣਕ ਦੇਖਣ ਨੂੰ ਮਿਲਦੀ ਹੈ। ਆਉਣ ਵਾਲੇ ਸਮੇਂ 'ਚ ਇਸ ਪੁਸਤਕ ਮੇਲੇ ਦਾ ਬਹੁਤ ਵੱਡਾ ਰੁਝਾਨ ਰਹੇਗਾ ਔਰ ਬੱਚਿਆਂ ਨੂੰ ਇਹਦਾ ਫਾਇਦਾ ਮਿਲੇਗਾ। ਇਸ ਸਭ ਆਯੋਜਨ ਦੇ ਸੂਤਰਧਾਰ ਰਹੇ ਡਾਕਟਰ ਆਤਮਜੀਤ ਸਿੰਘ ਰੰਧਾਵਾ ਨੇ ਕਿਹਾ ਕਿ 4 ਰੋਜ਼ਾ ਅੰਮ੍ਰਿਤਸਰ ਸਾਹਿਤ ਉਤਸਵ ਅਤੇ ਪੁਸਤਕ ਮੇਲਾ ਲਗਾਇਆ। ਇਹਦੇ ਵਿੱਚ ਵੱਖ-ਵੱਖ ਤਰ੍ਹਾਂ ਦੇ ਅਸੀਂ ਪ੍ਰੋਗਰਾਮ ਉਲੀਕੇ ਸੀ, ਜਿਹਦੇ ਵਿੱਚ ਸੈਮੀਨਾਰ ਸੀ, ਰੂਬਰੂ ਪ੍ਰੋਗਰਾਮ ਸੀ, ਵੱਡੇ ਸ਼ਖਸੀਅਤਾਂ ਦੇ ਸਨਮਾਨ ਸੀ, ਪੰਜਾਬੀ ਭਾਸ਼ਾ ਦੇ ਵਿੱਚ ਸਿਵਲ ਸਰਵਿਸਿਜ਼ ਕਰਨ ਵਾਲੇ ਲੋਕ ਸੀ ਜਿਹੜੇ ਉਹਨਾਂ ਦੇ ਸਨਮਾਨ ਸੀ, ਕਲਚਰਲ ਜਾਂ ਸੱਭਿਆਚਾਰਕ ਗਤੀਵਿਧੀਆਂ ਸੀਗੀਆਂ। ਸੋ ਸਾਰੇ ਪੰਜਾਬ ਦੇ ਵਿੱਚੋਂ ਜਾਂ ਪੂਰੇ ਨਾਰਥ ਇੰਡੀਆ ਦੇ ਵਿੱਚੋਂ ਸਾਡੇ ਨਾਮਵਰ ਸਾਹਿਤਕਾਰ, ਵਿਦਵਾਨ, ਆਲੋਚਕ ਤੇ ਕਲਾਕਾਰ ਪਹੁੰਚੇ ਸੀ ਔਰ ਸਾਡਾ ਇਹ ਮੇਲਾ, ਸਾਹਿਤ ਮੇਲਾ ਜਿਹੜਾ ਉਹ ਬਹੁਤ ਅਸੀਂ ਕਾਮਯਾਬ ਸਮਝਦੇ ਹਾਂ ਹੋਇਆ। ਸੋ ਮੈਂ ਇਸ ਮੇਲੇ ਨਾਲ ਸੰਬੰਧਿਤ ਸਾਰੇ ਵਿਦਵਾਨਾਂ ਦਾ ਜਿਹੜੇ ਇੱਥੇ ਆਏ, ਸਾਡੀ ਮੈਨੇਜਿੰਗ ਕਮੇਟੀ ਦਾ, ਪ੍ਰਿੰਸੀਪਲ ਸਾਹਿਬ ਦਾ ਔਰ ਸਾਰੇ ਵਿਦਿਆਰਥੀਆਂ ਦਾ ਇੱਥੇ ਆਉਣ ਤੇ ਸਭ ਬਹੁਤ ਧੰਨਵਾਦ ਕਰਦਾ। ਇਸ ਮੇਲੇ ਵਿੱਚ ਖਾਣ ਪੀਣ ਦੇ ਸਟਾਲਾਂ ਤੋਂ ਇਲਾਵਾ ਵਿਰਾਸਤੀ ਝਲਕੀਆਂ, ਫੁੱਲ ਪ੍ਰਦਰਸ਼ਨੀ, ਲੋਕ ਨਾਚ, ਕਿਤਾਬਾਂ ਦੇ ਸਟਾਲ ਮਹਿਮਾਨਾਂ ਲਈ ਖਾਸ ਖਿੱਚ ਦਾ ਕੇਂਦਰ ਰਹੇ। ਫੈਸ਼ਨ ਡਿਜ਼ਾਈਨਿੰਗ ਵਿਭਾਗ ਦੇ ਮੁਖੀ ਮੈਡਮ ਜਸਮੀਤ ਕੌਰ ਨੇ ਸਾਡੀ ਟੀਮ ਨਾਲ ਵਿਸ਼ੇਸ਼ ਗੱਲਬਾਤ ਕੀਤੀ। ਸਾਡੇ ਸਟੂਡੈਂਟਸ ਨੇ ਡਿਪਾਰਟਮੈਂਟ ਵੱਲੋਂ ਬੜਾ ਉਤਸ਼ਾਹ ਵਿਖਾਇਆ। ਅਸੀਂ ਇੱਥੇ ਆਪਣਾ ਬੱਚਿਆਂ ਦਾ ਕਾਫੀ ਕੁਝ ਡਿਸਪਲੇ ਕੀਤਾ, ਜੋ ਉਹਨਾਂ ਨੇ ਕੰਮ ਕੀਤਾ ਉਹ ਸਾਰਾ ਅਸੀਂ ਡਿਸਪਲੇ ਕੀਤਾ ਹੈ। ਬੜਾ ਕੁਛ ਹੈ ਉਹਦੇ ਵਿੱਚ, ਨਿਟਿੰਗ ਦਾ ਕੰਮ ਹੈ, ਲੈਦਰ ਟੈਕਨੋਲੋਜੀ ਆ ਜਾਂਦੀ ਹੈ, ਵੀਵਿੰਗ ਆ ਜਾਂਦੀਆਂ ਨੇ। ਸਾਡੇ ਡਿਪਾਰਟਮੈਂਟ ਦੇ ਜਿਹੜੇ ਆ ਅੰਡਰ ਕੋਰਸਿਸ ਚੱਲ ਰਹੇ ਨੇ, BSc MSc, ਉਹ ਸਾਰਾ ਹੀ ਜਿਹੜਾ ਅਸੀਂ ਕੰਮ ਹੈ ਉਹ ਇਸ ਪ੍ਰਦਰਸ਼ਨੀ ਦੇ ਵਿੱਚ ਲਗਾਇਆ।
ਗੀਤ ਦੀ ਪੇਸ਼ਕਾਰੀ ਨੇ ਸਰੋਤਿਆਂ ਦਾ ਖੂਬ ਮਨੋਰੰਜਨ ਕੀਤਾ। इस प्रकार ये अमृतसर साहित्य उत्सव और सालाना पुस्तक मेला 2021 अपनियां अमिट यादां छड्डदा होया संपन्न हो गया।